ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਹਰਵਿੰਦਰ ਸਿੰਘ ਵੱਲੋਂ ਮੈਂ ਜੀ ਆਇਆਂ ਨੂੰ ਕਰਦਾ ਹਾਂ। ਦਰਸ਼ਕੋ, ਜਿੱਦਾਂ ਕਿ ਆਪ ਜੀ ਸਾਰੇ ਜਾਣਦੇ ਹੋ, ਤਕਰੀਬਨ 1 ਮਹੀਨਾ ਪਹਿਲੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਹੋਰਾਂ ਦਾ, ਜਿਹੜੇ ਕਿ ਮੈਂਬਰ ਆਫ ਪਾਰਲੀਮੈਂਟ, ਉਹਨਾਂ ਦਾ ਇੱਕ ਆਫੀਸ਼ੀਅਲ ਵਿਜ਼ਿਟ ਜਿਹੜਾ ਹੋਣਾ ਸੀ ਜੰਮੂ ਕਸ਼ਮੀਰ ਵਿਖੇ। ਲੇਕਿਨ ਕੁਝ ਕਾਰਨਾਂ ਦੇ ਕਰਕੇ, ਜਿੱਦਾਂ ਆਪਾਂ ਦੇਖਿਆ ਸੀ, ਲਾਈਵ ਅਪਡੇਟ ਤੁਹਾਡੇ ਤੱਕ ਪਲ ਪਲ ਦੀ ਆਪਾਂ ਪਹੁੰਚਾਈ ਸੀ ਕਿ ਜਿੱਦਾਂ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਬਿਨਾਂ ਕਿਸੇ ਕਾਰਨ ਤੋਂ ਉਹਨਾਂ ਨੂੰ ਕੋਰੀਡੋਰ ਦੇ ਉੱਤੋਂ ਹੀ ਰੋਕ ਦਿੱਤਾ ਗਿਆ। ਤਕਰੀਬਨ 3-4 ਦਿਨ ਦਾ ਉਹ ਵੇਲਾ ਆਪਾਂ ਕੰਪਲੀਟ ਤੌਰ ਤੇ ਤੁਹਾਡੇ ਤੇ ਰੱਖਿਆ ਸੀ। ਔਰ ਆਖਿਰਕਾਰ ਜਦੋਂ ਲਾਸਟ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਹੋਰਾਂ ਮਾਨ ਹੋਰ ਜਦੋਂ ਉੱਠੇ ਹਨ ਕੋਰੀਡੋਰ ਤੋਂ, ਤਾਂ ਉਹ ਕੋਰਟ ਦੀ ਉਸ ਹੀਅਰਿੰਗ ਤੋਂ ਬਾਅਦ ਜਦੋਂ ਕੋਰਟ ਨੇ ਕਿਹਾ ਸੀ ਕਿ ਅਗਲੀ ਜਿਹੜੀ ਕਾਰਵਾਈ ਹੈ 14 ਨਵੰਬਰ ਤੱਕ ਦੀ ਮੁਲਤਵੀ ਕਰਤੀ ਗਈ ਹੈ। ਸ਼ਾਮ ਨੂੰ ਹੀ ਇੱਕ ਅਪਡੇਟ ਜਿਹੜਾ ਤੁਸੀਂ ਇੱਕ ਬਾਣੀ ਚੈਨਲ ਨਾਲ ਹਮੇਸ਼ਾ ਦੇਖਦੇ ਹੋ, ਉਸ ਦੇ ਰਾਹੀਂ ਤੁਸੀਂ ਦੇਖਿਆ ਸੀ ਕਿ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਪਿਸ ਆਪਣੀ ਹੀਅਰਿੰਗ ਤੇ ਜੰਮੂ ਕਸ਼ਮੀਰ ਵਿਖੇ ਆਣਗੇ ਔਰ ਇਸ ਤਰੀਕੇ ਨਾਲ ਆਣਗੇ। ਇਹ ਵੀ ਕਿਸੇ ਨੇ ਸ਼ਾਇਦ ਨਾ ਹੀ ਸੋਚਿਆ ਹੋਏ, ਕਿਉਂਕਿ ਪੜ੍ਹੀ ਲਿਖੀ ਸ਼ਖਸੀਅਤ ਹਨ, ਆਪਣੇ ਕੌਨਸਟੀਟਿਊਸ਼ਨ ਰਾਈਟ ਨੂੰ ਉਹ ਜਾਣਦੇ ਹਨ। ਉਹ ਜਾਣਦੇ ਹਨ ਕਿ ਕਿੱਦਾਂ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਸਾਰੇ ਕੰਮ ਕਾਰ ਜਿਹੜੇ ਉਡੀਕਨੇ ਹਨ। ਤਕਰੀਬਨ ਸ਼ਾਮ ਦੀ ਹੀ ਗੱਲ ਹੈ ਕੱਲ੍ਹ ਕਿ ਬਿਨਾਂ ਕਿਸੇ ਨੂੰ ਪਤਾ ਹੁੰਦਿਆਂ ਹੋਏ ਹਟਲੀ ਮੋੜ ਵਿਖੇ ਉਹ ਪੁੱਜ ਜਾਂਦੇ ਹਨ ਅਤੇ ਹੋਟਲ ਦੇ ਰੂਮ ਬੁੱਕ ਕਰਵਾ ਕੇ ਆਪਣੀ ਰਿਹਾਇਸ਼ ਦਾ ਕੰਮ ਕਰਦੇ ਹਨ। ਹਰ ਕਿਸੇ ਲਈ ਇਹ ਸ਼ੌਕਿੰਗ ਨਿਊਜ਼ ਸੀ, ਸਾਡੇ ਲਈ ਵੀ ਸ਼ੌਕਿੰਗ ਨਿਊਜ਼ ਸੀ ਜਦੋਂ ਆਪਾਂ ਤੁਹਾਡੇ ਤੱਕ ਸ਼ਾਮ ਨੂੰ ਇਹ ਵਿਜ਼ੂਅਲ ਲਾਈਵ ਪਹੁੰਚਾਏ ਸੀ ਕਿ ਉੱਥੋਂ ਸਰਦਾਰ ਸਿਮਰਨਜੀਤ ਸਿੰਘ ਜੀ ਹੋਰੀ ਮਾਨ ਜਿਹੜੇ ਨੇ ਉੱਥੇ ਪੁੱਜ ਚੁੱਕੇ ਹਨ ਤਾਂ ਆਪਣੀ ਹੀਅਰਿੰਗ ਦੇ ਲਈ ਉਹ ਆਉਣਗੇ। ਲੇਕਿਨ ਉਸ ਤੋਂ ਬਾਅਦ ਹੀ ਐਡਮਿਨਿਸਟ੍ਰੇਸ਼ਨ ਅਤੇ ਪੁਲਿਸ ਫੋਰਸ ਮੌਕੇ ਤੇ ਪੁੱਜਦੀ ਹੈ, ਕਿਉਂਕਿ ਉਹਨਾਂ ਲਈ ਵੀ ਇੱਕ ਸ਼ੌਕਿੰਗ ਨਿਊਜ਼ ਹੀ ਹੈ ਜੇਕਰ ਮੈਂ ਕਹਾਂ, ਕਿਉਂਕਿ ਸਾਰੇ ਹੀ ਹੋਸ਼ ਉੱਡ ਗਏ ਹੋਣੇ ਉਹਨਾਂ ਦੇ ਕਿ ਸਿਮਰਨਜੀਤ ਸਿੰਘ ਜੀ ਮਾਨ ਜਿਹੜੇ ਹੋ ਰਹੇ ਨੇ ਉਹ ਲਖਨਪੁਰ ਤੋਂ ਅੰਦਰ ਐਂਟਰ ਕਰ ਚੁੱਕੇ ਹਨ, ਤਕਰੀਬਨ ਕਠੂਆ ਡਿਸਟ੍ਰਿਕਟ ਦੇ ਵਿੱਚ ਹੀ ਐਂਟਰ ਕਰ ਚੁੱਕੇ ਹਨ ਤੇ ਇਸ ਦੀ ਕਿਸੇ ਨੂੰ ਖਾਬੋ ਖਬਰ ਨਹੀਂ ਸੀ। ਉਸ ਤੋਂ ਬਾਅਦ ਹਾਲਾਂਕਿ ਪੁਲਿਸ ਫੋਰਸ ਨੇ ਪੂਰਾ ਉਹ ਪੁਲਿਸ ਛਾਵਣੀ ਦੇ ਵਿੱਚ ਬਦਲ ਦਿੱਤਾ ਹੈ। ਉਹ ਹੋਟਲ ਬੜੀ ਜ਼ਿਆਦਾ ਪੁਲਿਸ ਫੋਰਸ ਹੈ, ਕਿਸੇ ਨੂੰ ਅੰਦਰ ਐਂਟਰੈਂਸ ਨਹੀਂ ਦਿੱਤੀ ਜਾ ਰਹੀ ਤਾਂ ਕਿ ਜਿਹੜਾ ਮਾਹੌਲ ਹੈ ਕਿਤੇ ਨਾ ਕਿਤੇ ਗਰਮਾਇਆ ਨਾ ਜਾਏ। ਔਰ ਇੱਕ ਉਮੀਦ ਦੇ ਨਾਲ ਵੀ ਕਿ ਅਪਡੇਟ ਕੁਝ ਨਿਕਲ ਕੇ ਆਉਂਦਾ, ਜਿਹੜੀ 14 ਤਰੀਕ ਨੂੰ ਜਿਹੜੀ ਹੀਅਰਿੰਗ ਸੀ ਉਹ ਮੁਲਤਵੀ ਕੀਤੀ ਗਈ ਸੀ। ਇਹ ਅਜੇ ਤੱਕ ਦਾ ਕਾਰਵਾਈ ਜਿਹੜੀ ਹੈ ਮੈਂ ਤੁਹਾਡੇ ਸਾਹਮਣੇ ਰੂਬਰੂ ਕੀਤੀ ਹੈਗੀ ਹੈ। ਆਪ ਸਾਰੇ ਜਾਣਦੇ ਹੋ ਕਿ ਆਪਾਂ ਪਲ ਪਲ ਦੀ ਅਪਡੇਟ ਬਿਨਾਂ ਕਿਸੇ ਰੁਕਾਵਟ ਦੇ ਤੁਹਾਡੇ ਤੱਕ ਪਹੁੰਚਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਸੀ ਕਿ ਕੋਈ ਵੀ ਐਸਾ ਇੰਸੀਡੈਂਟ ਤੁਹਾਡੇ ਸਾਹਮਣੇ ਵਾਂਝੀ ਨਾ ਰਹਿ ਜਾਏ ਜਿਹੜੀ ਆਪਾਂ ਤੁਹਾਡੇ ਸਾਹਮਣੇ ਪਹੁੰਚਾ ਨਾ ਸਕੀਏ। ਉਸੇ ਦੇ ਤੌਰ ਤੇ ਸਵੇਰੇ ਤੋਂ ਹੀ ਸੰਗਤਾਂ ਉਡੀਕ ਕਰ ਰਹੀਆਂ ਹਨ, ਦਰਸ਼ਕ ਉਡੀਕ ਕਰ ਰਹੇ ਹਨ ਕਿ ਕਦੋਂ ਕੋਈ ਲਾਈਵ ਅਪਡੇਟ ਜਿਹੜਾ ਨਿਕਲ ਕੇ ਸਾਹਮਣੇ ਆਉਂਦਾ ਹੈ। ਆਪਾਂ ਕੋਸ਼ਿਸ਼ ਕੀਤਾ ਸਭ ਤੋਂ ਪਹਿਲੇ ਤੁਹਾਡੇ ਤੱਕ ਆਪਾਂ ਪਹੁੰਚਾ ਸਕੀਏ ਉਸ ਵਿਜ਼ੂਅਲ ਨੂੰ। ਅਤੇ ਅੱਜ 14 ਤਾਰੀਖ ਜਿਹੜੀ ਬੇਸਬਰੀ ਨਾਲ ਸਭ ਤੋਂ ਸਾਰਿਆਂ ਨੂੰ ਹੀ ਉਡੀਕ ਸੀ ਕਿ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ। ਆਖਿਰਕਾਰ ਉਹ ਡੇਟ ਅੱਜ ਆਈ ਹੈ। ਔਰ ਇਸ ਵਕਤ ਕੋਰਟ ਦੀ ਜੇਕਰ ਮੈਂ ਗੱਲ ਕਰਾਂ ਤੇ ਸੈਕਿੰਡ ਹਾਫ ਦੇ ਉੱਪਰ ਉਹ ਜਿਹੜਾ ਕੇਸ ਮੁਲਤਵੀ ਹੈਗਾ। ਲੰਚ ਤੋਂ ਬਾਅਦ ਉਹਦੀ ਜਿਹੜੀ ਹੀਅਰਿੰਗ ਹੋਣੀ ਹੈ ਕੋਰਟ ਦੇ ਵਿੱਚ ਅਤੇ ਉਹਨਾਂ ਨਾਲ ਆਏ ਹੋਏ ਜਥੇ ਜਿਹੜੇ ਸਰਦਾਰ ਸਿਮਰਨਜੀਤ ਸਿੰਘ ਜੀ ਹੋਣਾ ਮਾਨ ਹੋਰਾਂ ਨਾਲ ਜਿਹੜੇ ਆਏ ਹੋਏ ਹਨ ਉਹ ਵੀ ਉਚੇਚੇ ਤੌਰ ਤੇ ਕਠੂਆ ਜਿਹੜੀ ਸਾਡੀ ਕੋਰਟ ਹੈ ਉੱਥੇ ਪੁੱਜੇ ਹੋਏ ਹਨ। ਅਤੇ ਨਾਲ ਹੀ ਜਿਹੜੇ ਜੰਮੂ ਇਲਾਕਿਆਂ ਤੋਂ ਵੀ ਜਿਹੜੀ ਖਾਸ ਕਰਕੇ ਮੈਂ ਗੱਲ ਕਰਾਂ ਜੇਕਰ ਪ੍ਰਬੰਧਕ ਹੋਣ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਜਿਹੜੀ ਅੰਮ੍ਰਿਤਸਰ ਹੈ ਉਹਨਾਂ ਦੇ ਆਗੂ ਹੋਣ ਸਾਡੇ ਜੰਮੂ ਕਸ਼ਮੀਰ ਦੇ, ਉਹ ਵੀ ਉਚੇਚੇ ਤੌਰ ਤੇ ਇੱਥੇ ਪੁੱਜੇ ਹੈਗੇ ਨੇ। ਅਤੇ ਖਾਸ ਗੱਲਬਾਤ ਇਸ ਵਕਤ ਤੁਹਾਡੇ ਨਾਲ ਕਰਾਂਗੇ ਸਰਦਾਰ ਗੁਰਮੇਲ ਸਿੰਘ ਜੀ ਅਬਤਾਲ ਨਾਲ, ਜਿਹੜੇ ਕਿ ਵਾਈਸ ਪ੍ਰੈਜ਼ੀਡੈਂਟ ਹੈਗੇ ਨੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਂਬਾ ਦੇ। ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸੰਗਤਾਂ ਦਾ ਕਿਹੜਾ ਰੁਝਾਨ ਹੈ ਇਸ ਇੰਸੀਡੈਂਟ ਨੂੰ ਲੈ ਕੇ। ਜਿੱਦਾਂ ਮੈਂ ਪਹਿਲੇ ਹੀ ਕਿਹਾ ਕਿ ਆਪਾਂ ਕੋਸ਼ਿਸ਼ ਕੀਤੀ ਹੈ ਕਿ ਹਰ ਇੱਕ ਸ਼ਖਸ ਨਾਲ ਉਹਨਾਂ ਦੀ ਜਾਣਕਾਰੀ ਆਪਾਂ ਪਹੁੰਚਾੜੀ ਹੈ। ਸਭ ਤੋਂ ਪਹਿਲੇ ਮੈਂ ਜੀ ਆਇਆਂ ਨੂੰ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਜਾਣਨਾ ਚਾਹਾਂਗਾ, ਜਿੱਦਾਂ ਮੈਂ ਪਹਿਲਾਂ ਹੀ ਬੋਲਿਆ ਕਿ ਸਾਰਿਆਂ ਦੇ ਲਈ ਇਹ ਸ਼ੌਕਿੰਗ ਨਿਊਜ਼ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਜੀ ਹੋਰ ਮਾਨ ਹੋਰਾਂ ਨੂੰ ਆਪਣਾ ਦਾਇਰਾ ਪਤਾ, ਆਪਣੇ ਕੌਨਸਟੀਟਿਊਸ਼ਨ ਰਾਈਟ ਪਤਾ ਹਨ। ਆਪਾਂ ਵੀ ਜਾਣਦੇ ਹਾਂ ਕਿਧਰੇ ਨਾ ਕਿਧਰੇ ਕਿ ਜਦੋਂ ਕੋਈ ਐਸੇ ਇੰਸੀਡੈਂਟ ਦੇ ਵਿੱਚ ਆਉਂਦਾ ਤੇ ਬਾਅਦ ਦੇ ਵਿੱਚ ਪੁਲਿਸ ਦੀ ਤਰਫ ਤੋਂ ਵੀ ਕਾਫੀ ਪੁੱਛਗਿੱਛ ਕੀਤੀ ਜਾਂਦੀ ਹੈ। ਐਸਾ ਮਾਹੌਲ ਤਣਾਅਪੂਰਨ ਨਾ ਬਣਿਆ ਰਹੇ ਜਿਸ ਦੇ ਕਾਰਨ ਸਰਦਾਰ ਸਿਮਰਨਜੀਤ ਸਿੰਘ ਹੋਰਾਂ ਮਾਨ ਹੋਰਾਂ ਨੇ ਦੱਸਣਾ ਵਾਜਿਬ ਨਹੀਂ ਸਮਝਿਆ ਅਤੇ ਖੁਦ ਹੀ ਆਪਣੇ ਕੌਨਸਟੀਟਿਊਸ਼ਨ ਰਾਈਟ ਨੂੰ ਵੇਖਦੇ ਹੋਏ ਕਠੂਆ ਵਿਖੇ ਆ ਗਏ। ਮੈਂ ਚਾਹਾਂਗਾ ਸੰਖੇਪ ਦੇ ਵਿੱਚ ਪੂਰੀ ਜਾਣਕਾਰੀ ਤੁਸੀਂ ਸੰਗਤਾਂ ਦੇ ਸਾਹਮਣੇ ਰੱਖੋ, ਕਿਉਂਕਿ ਕਿਤੇ ਨਾ ਕਿਤੇ ਉਹ ਜਿਹੜੀ ਕਮੇਟੀ ਉਹਨਾਂ ਦੀ ਤਰਫ ਤੋਂ ਗਠਿਤ ਕੀਤੀ ਗਈ ਸੀ ਉਹਦੇ ਵੀ ਇੱਕ ਤੁਸੀਂ ਮੈਂਬਰ ਹੈਗੇ ਹੋ ਜੀ। ਪਹਿਲੇ ਤਾਂ ਮੈਂ ਆਪ ਇਕਵਾਨੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀਰ ਜੀ। ਤੁਸੀਂ ਆਏ ਦਿਨ ਜੋ ਖਬਰਾਂ ਨੇ ਉਹ ਜਨਤਾ ਤੱਕ ਪਹੁੰਚਾਉਂਦੇ ਹੋ। ਸੋ ਜੋ ਗੱਲਬਾਤ ਮਾਨ ਸਾਹਿਬ ਦੀ ਹੀਅਰਿੰਗ ਦੀ ਹੈ, ਇਹ ਤਾਂ ਇੱਕ ਸਾਡੇ ਲਈ ਬੜੀ ਹੀ ਸ਼ੌਕਿੰਗ ਨਿਊਜ਼ ਹੈ ਕਿ ਸਾਨੂੰ ਆਪ ਨਹੀਂ ਪਤਾ ਸੀ। ਅਸੀਂ ਹਾਲਾਂਕਿ ਜੋ ਮਾਨ ਸਾਹਿਬ ਨੇ ਕਮੇਟੀ ਗਠਿਤ ਕੀਤੀ ਸੀ ਉਹਦੇ ਵਿੱਚ ਵੀ ਅਸੀਂ ਮੈਂ ਮੈਂਬਰ ਹਾਂ ਤੇ ਸਾਨੂੰ ਵੀ ਪਤਾ ਨਹੀਂ ਸੀ ਕਿ ਮਾਨ ਸਾਹਿਬ ਜੋ ਹੈ ਉਹ ਖੁਦ ਆ ਰਹੇ ਨੇ। ਇਹ ਰਾਤ ਹੀ ਪਤਾ ਚੱਲਿਆ ਜਦੋਂ ਤੁਹਾਡਾ ਲਾਈਵ ਵੇਖਿਆ ਤੇ ਉੱਥੋਂ ਹੀ ਸਾਨੂੰ ਪਤਾ ਚੱਲਿਆ ਕਿ ਮਾਨ ਸਾਹਿਬ ਪਹੁੰਚ ਚੁੱਕੇ ਨੇ। ਸੋ ਮੈਂ ਗੱਲ ਕਰਾਂ ਕਿ ਮਾਨ ਸਾਹਿਬ ਦਾ ਕਿਸੇ ਨੂੰ ਨਾ ਦੱਸਣ ਦਾ ਕਾਰਨ ਇਹੀ ਹੈ ਕਿ ਉਹ ਚਾਹੁੰਦੇ ਨੇ
ਕਿ ਸਾਡੇ ਨੌਜਵਾਨਾਂ ਦੇ ਉੱਤੇ ਕੋਈ ਪਰਚਾ ਨਾ ਹੋਵੇ, ਸਾਡੇ ਨੌਜਵਾਨਾਂ ਨੂੰ ਕੋਈ ਧਮਕੀਆਂ ਨਾ ਆਉਣ। ਕਿਉਂਕਿ ਤੁਸੀਂ ਜਦੋਂ ਵੇਖਿਆ ਹੀ ਹੋਣਾ ਕਿ ਇਹ ਪਿਛਲੇ ਦਿਨੀ ਜਦੋਂ ਮਾਨ ਸਾਹਿਬ ਆਏ ਸੀ ਤੇ ਤਾਂ ਸਾਨੂੰ ਵੀ ਬਹੁਤ ਸਾਰੀਆਂ CID ਦੀਆਂ ਪੁਲਿਸ ਦੀਆਂ ਕਾਲਾਂ ਆਈਆਂ ਤੇ ਹੋਰਨਾਂ ਵੀ ਜਿਨ੍ਹਾਂ ਨੇ ਵੀ ਉੱਥੇ ਸਮਰਥਨ ਕੀਤਾ ਉਹਨਾਂ ਨੂੰ ਪੁਲਿਸ ਦੀਆਂ ਕਾਲਾਂ, ਧਮਕੀਆਂ, ਮਤਲਬ ਕਿ ਬਹੁਤ ਸਾਰਾ ਕੁਝ ਹੋਇਆ। ਸੋ ਇਸੇ ਕਾਰਨ ਕਰਕੇ ਮਾਨ ਸਾਹਿਬ ਨੇ ਸਮਝਿਆ ਕਿ ਮੈਂ ਕਿਸੇ ਨੂੰ ਮਤਲਬ ਕਿ ਨਾ ਦੱਸਾਂ, ਬਿਨਾਂ ਕਿਸੇ ਨੂੰ ਦੱਸਿਆ ਉਹ ਇੱਥੇ ਆਏ ਨੇ ਔਰ ਉਹਨਾਂ ਦਾ ਮਕਸਦ ਇੱਕੋ ਹੀ ਹੈ ਕਿ ਸਾਡਾ ਜੋ ਨੌਜਵਾਨ ਹੈ ਉਹ ਸਿੱਧੇ ਰਸਤੇ ਤੇ ਲੱਗੇ, ਨੌਜਵਾਨ ਭੜਕੇ ਨਾ। ਸੋ ਮਾਨ ਸਾਹਿਬ ਚਾਹੁੰਦੇ ਨੇ ਕਿ ਸਾਡਾ ਜੋ ਨੌਜਵਾਨ ਹੈ ਉਹ ਸ਼ਾਂਤੀਪੂਰਵਕ ਰਹੇ, ਉਹ ਕਿਸੇ ਨੂੰ ਇੱਥੋਂ ਤੱਕ ਕਿ ਮਾਨ ਸਾਹਿਬ ਨੇ ਖੁਦ ਵੀ ਕਿਹਾ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਨਾਅਰੇਬਾਜ਼ੀ ਨਹੀਂ ਕਰੇਗਾ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਭੜਕਾਊ ਬਿਆਨ ਨਹੀਂ ਦੇਗਾ। ਕਿਉਂਕਿ ਇਹ ਸਰਕਾਰਾਂ ਚਾਹੁੰਦੀਆਂ ਨੇ ਕਿ ਅਸੀਂ ਆਪਸ ਦੇ ਵਿੱਚ ਲੜੀਏ, ਲੇਕਿਨ ਸਾਡਾ ਵੀ ਦਿਮਾਗ ਕੰਮ ਕਰਦਾ ਹੈ ਔਰ ਮਾਨ ਸਾਹਿਬ ਬੜੇ ਹੀ ਪੜ੍ਹੇ ਲਿਖੇ ਤੇ ਬੜੀ ਹੀ ਉੱਚੀ ਸ਼ਖਸੀਅਤ ਨੇ। ਉਹ ਸਾਨੂੰ ਜੋ ਰਸਤਾ ਦੱਸਣਗੇ ਬਿਲਕੁਲ ਸਹੀ ਦੱਸਣਗੇ ਔਰ ਅਸੀਂ ਉਹਨਾਂ ਦੇ ਕਹੇ ਦੇ ਉੱਤੇ ਚੱਲਾਂਗੇ। ਬਿਲਕੁਲ ਆਪਾਂ ਜਿੱਦਾਂ ਵੇਖਿਆ ਵੀ ਸੀ ਨਾ ਲਾਸਟ ਵਾਰੀ ਕਾਫੀ ਸਾਰੇ ਜਿਹੜੇ ਸਾਡੇ ਨੌਜਵਾਨ ਵੀਰ ਸਨ ਉਹਨਾਂ ਦੇ ਵੱਲੋਂ ਅਗਰ ਜੇਕਰ ਮੈਂ ਗੱਲ ਕਰਾਂ ਸਮਰਥਨ ਪੂਰਨ ਰੂਪ ਤੋਂ ਦਿੱਤਾ ਗਿਆ ਸੀ, ਲੇਕਿਨ ਕੁਝ ਐਸੀਆਂ ਗੱਲਾਂ ਬਾਅਦ ਵਿੱਚ ਸੁਣਨ ਨੂੰ ਵੀ ਕਾਫੀ ਆਈਆਂ ਨੌਜਵਾਨ ਵੀਰਾਂ ਦੇ ਤਰਫ ਤੋਂ, ਸਾਰਿਆਂ ਦੀ ਤਰਫ ਤੋਂ ਕਿ ਬਾਅਦ ਵਿੱਚ ਬੜੀ ਜਿਹੜੀ ਪੁੱਛਗਿੱਛ ਦਾ ਜਿਹੜਾ ਕੰਮ ਹੁੰਦਾ ਹੈਗਾ ਚੰਗੀ ਤਰ੍ਹਾਂ ਵਾਜਿਬਨ ਮੈਂ ਜੇਕਰ ਕਹਾਂ ਤੇ ਪੁਰਾਣੇ ਹਾਲਾਤਾਂ ਤੋਂ ਵੀ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਹੋਰੀ ਕਈ ਐਸੀਆਂ ਗੱਲਾਂ ਉਹਨਾਂ ਨੇ ਆਪਣੇ ਇਸ ਦੌਰੇ ਦੇ ਵਿੱਚ ਤੇ ਕਲੀਅਰ ਕਰ ਦਿੱਤੀਆਂ ਹੈਗੀਆਂ ਕਿ ਆਪਣੇ ਕਨਸਟੀਟਿਊਸ਼ਨਲ ਰਾਈਟ ਨੂੰ ਕਿੱਦਾਂ ਯੂਜ਼ ਕਰਕੇ ਤੁਸੀਂ ਐਡਮਿਨਿਸਟ੍ਰੇਸ਼ਨ ਤੱਕ ਆਪਣੀ ਗੱਲ ਪਹੁੰਚਾ ਸਕਦੇ ਹੋ। ਬੜੀ ਵਾਜਬ ਤਰੀਕੇ ਨਾਲ ਉਹਨਾਂ ਨੇ ਆਖਿਆ। ਇੱਕ ਗੱਲ ਤੁਹਾਡੀ ਗੱਲ ਵਿੱਚ ਮੈਂ ਰੋਕ ਰਿਹਾ, ਮਾਫੀ ਚਾਹੁੰਦਾ, ਲੇਕਿਨ ਸਾਡੇ ਕੁਝ ਇਹੋ ਜਿਹੇ ਬੰਦੇ ਵੀ ਹੈ ਨਾ ਜੋ ਆਪਣੇ ਕੁਝ ਐਸੇ ਬੰਦੇ ਨੇ ਜਿਹੜੇ ਕਹਿੰਦੇ ਨੇ ਕਿ ਮਾਨ ਸਾਹਿਬ ਨੌਜਵਾਨਾਂ ਨੂੰ ਭੜਕਾ ਰਹੇ ਨੇ, ਇਹਨਾਂ ਨੂੰ ਗਲਤ ਰਸਤੇ ਤੇ ਲਾ ਰਹੇ ਨੇ। ਪਰ ਮੈਂ ਉਹਨਾਂ ਨੂੰ ਅੱਜ ਇਹ ਕਹਿਣਾ ਚਾਹਾਂਗਾ ਕਿ ਆਹ ਵੇਖ ਲਓ ਮਾਨ ਸਾਹਿਬ ਦੀ ਸੋਚ ਕਿੰਨੀ ਉੱਚੀ ਤੇ ਸੁੱਚੀ ਸੋਚ ਹੈ। ਉਹਨਾਂ ਨੇ ਬਿਨਾਂ ਕਿਸੇ ਨੂੰ ਇੱਥੋਂ ਤੱਕ ਕਿ ਆਪਣੀ ਕਮੇਟੀ ਜੋ ਇੱਥੋਂ ਦੀ ਜੰਮੂ ਕਸ਼ਮੀਰ ਦੀ ਕਮੇਟੀ ਗਠਿਤ ਕੀਤੀ ਸੀ ਉਹਨਾਂ ਨੂੰ ਵੀ ਇਨਫਾਰਮ ਨਹੀਂ ਕੀਤਾ ਕਿ ਮੈਂ ਜੰਮੂ ਆ ਰਿਹਾ, ਬਿਨਾਂ ਕਿਸੇ ਨੂੰ ਦੱਸਿਆ ਉਹ ਜੰਮੂ ਪਹੁੰਚ ਗਏ ਨੇ। ਇਸੇ ਕਰਕੇ ਕਿ ਸਾਡਾ ਜੋ ਨੌਜਵਾਨ ਆ ਉਹ ਇੱਥੇ ਨਾ ਪਹੁੰਚਣ, ਕਿਸੇ ਨੂੰ ਪਤਾ ਨਾ ਲੱਗੇ ਆਪਣੀ ਜੋ ਕੋਰਟ ਦੀ ਜੋ ਸੁਣਵਾਈ ਹੈ। ਕਿਉਂਕਿ ਸਾਡੇ ਕੋਲ ਸਿਰਫ ਇੱਕੋ ਹੀ ਇੱਕ ਜ਼ਰੀਆ ਰਹਿ ਗਿਆ, ਸਾਨੂੰ ਸਰਕਾਰਾਂ ਤੇ ਕੋਈ ਯਕੀਨ ਨਹੀਂ ਰਿਹਾ, ਸਾਨੂੰ ਸਿਰਫ ਮਾਣਯੋਗ ਅਦਾਲਤ ਦੇ ਉੱਤੇ ਯਕੀਨ ਹੈ। ਜੇ ਅੱਜ ਉਹ ਸਾਡੇ ਹੱਕ ਦੇ ਵਿੱਚ ਸੁਣਵਾਈ ਜੋ ਹੁੰਦੀ ਹੈ ਤੇ ਅਸੀਂ ਸਮਝਾਂਗੇ ਕਿ ਜੋ ਇਹ ਮਾਣਯੋਗ ਅਦਾਲਤ ਹੈ ਇਹ ਕਿਸੇ ਰੱਬ ਦੇ ਅਹੁਦੇ ਤੋਂ ਘੱਟ ਨਹੀਂ। ਕਿਉਂਕਿ ਇੱਕੋ ਇੱਕ ਹਰ ਕਿਸੇ ਨੂੰ ਜੋ ਯਕੀਨ ਆ ਉਹ ਸਿਰਫ ਅਦਾਲਤ ਦੇ ਉੱਤੇ ਹੀ ਰਹਿ ਗਿਆ। ਹੁਣ ਸਰਕਾਰਾਂ ਦੇ ਉੱਤੇ ਕੋਈ ਯਕੀਨ ਨਹੀਂ। ਸਰਕਾਰਾਂ ਨੇ ਕੀ ਕਰਨਾ, ਕੀ ਕਰ ਰਹੀਆਂ ਨੇ, ਉਹ ਸਭ ਵੇਖ ਰਹੇ ਹੋ ਤੁਸੀਂ। ਬਹੁਤ ਬਹੁਤ ਧੰਨਵਾਦ ਵੀਰ ਜੀ ਹੋਰਾਂ ਨੇ ਬੜਾ ਸੰਖੇਪ ਦੇ ਵਿੱਚ ਦੱਸਿਆ ਕਿ ਕਿਹੜੀ ਕਾਰਗੁਜ਼ਾਰੀ ਇਸ ਵਕਤ ਤੱਕ ਹੋਈ ਹੈ। ਜੇਕਰ ਮੈਂ ਗੱਲ ਕਰਾਂ ਕੋਰਟ ਦੀ ਵਰਡਿਕਟ ਦੀ ਤੇ ਉਹਦੇ ਵਿੱਚ ਆਪਾਂ ਕੁਛ ਹਾਲੇ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ ਕੋਰਟ ਦੀ ਆਪਣੀ ਪ੍ਰੋਸੀਜਰ ਹੈ। ਸਾਡੇ ਕੋਲ ਵੀ ਉਹਦੇ ਵਿੱਚ ਟਿੱਪਣੀ ਕਰਨਾ ਮੈਂ ਕਹਾਂ ਤੇ ਹਰ ਇੱਕ ਇਨਸਾਨ ਨੂੰ ਇੱਕ ਉਮੀਦ ਹੁੰਦੀ ਹੈ ਕੋਰਟ ਉਹਦੇ ਵਿੱਚ ਕਰਨਾ, ਸਾਨੂੰ ਵਾਜਿਬ ਨਹੀਂ ਸਮਝਦੇ। ਲੇਕਿਨ ਫਿਰ ਵੀ ਜਦੋਂ ਵੀ ਕੋਈ ਅਪਡੇਟ ਕੋਰਟ ਦੀ ਤਰਫ ਤੋਂ ਨਿਕਲ ਕੇ ਆਉਂਦਾ ਆਪਾਂ ਜ਼ਰੂਰ ਤੁਹਾਡੇ ਤੱਕ ਲਾਈਵ ਪਹੁੰਚਾਵਾਂਗੇ। ਵੀਰ ਜੀ ਹੋਰੀ ਸਰਦਾਰ ਗੁਰਮੇਲ ਸਿੰਘ ਜੀ ਵਾਈਸ ਪ੍ਰੈਜ਼ੀਡੈਂਟ ਹੈਗੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਂਬਾ ਦੇ, ਉਹਨਾਂ ਦੇ ਵੀ ਵਿਚਾਰ ਆਪ ਜੀ ਨੇ ਸਰਵਨ ਕੀਤੇ ਹਨ। ਕਿਧਰੇ ਨਾ ਕਿਧਰੇ ਇੱਕ ਸੋਚੀ ਸਮਝੀ ਮੈਂ ਜੇਕਰ ਗੱਲ ਕਰਾਂ ਤਾਂ ਇੱਕ ਗੱਲ ਜਿਹੜੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਤੇ ਸ਼ੋਅ ਕੀਤੀ ਹੈ ਕਿ ਕਿਸੇ ਨੂੰ ਦੱਸਿਆ ਹੀ ਨਹੀਂ ਕਿ ਜਿਹੜੀ ਇਹਨਾਂ ਦੀ ਆਪਣੀ ਕਮੇਟੀ ਗਠਿਤ ਕੀਤੀ ਗਈ ਸੀ ਲਖਨਪੁਰ ਕੋਰੀਡੋਰ ਤੋਂ ਅੱਗੇ ਦੀ ਪੈਰਵੀ ਦੇ ਲਈ, ਉਹਨਾਂ ਨੂੰ ਵੀ ਨਹੀਂ ਸੀ ਪਤਾ ਤਾਂ ਕਿ ਹੜਕੰਪ ਨਾ ਮਚ ਜਾਏ ਜਾਂ ਫਿਰ ਐਸੀ ਕੋਈ ਇੰਸੀਡੈਂਟ ਦੇਖਣ ਨੂੰ ਨਾ ਮਿਲੇ ਕਿ ਜਿਹੜਾ ਆਪਸੀ ਸਾਂਝਵਾਲਤਾ ਜਾਂ ਪਿਆਰ ਹੈ ਸਾਡੀ ਸੁਸਾਇਟੀ ਦੇ ਵਿੱਚ ਉਹ ਕਿਧਰੇ ਹਰਟ ਹੋ ਜਾਏ। ਇਸੀ ਚੀਜ਼ਾਂ ਨੂੰ ਆਪਾਂ ਤੁਹਾਡੇ ਤੱਕ ਪਹਿਲੇ ਅਪਡੇਟ ਲੈ ਕੇ ਆਏ ਹਾਂ ਔਰ ਦੁਬਾਰਾ ਤੁਹਾਡੇ ਤੱਕ ਅਪਡੇਟ ਪਹੁੰਚਾਵਾਂਗੇ ਸ਼ਾਮ ਨੂੰ ਜਦੋਂ ਕਿ ਇਸ ਕੋਰਟ ਦੀ ਹੀਅਰਿੰਗ ਹੋ ਚੁੱਕੀ ਹੋਏਗੀ। ਹਾਲਾਂਕਿ ਕੋਰਟ ਦੀ ਹੀਅਰਿੰਗ ਜਿਹੜੀ ਹੈ ਉਹ ਸੈਕਿੰਡ ਹਾਫ ਵਿੱਚ ਮੁਲਤਵੀ ਹੈ। ਲੰਚ ਬ੍ਰੇਕ ਤੋਂ ਬਾਅਦ ਅਗਲੀ ਨੈਕਸਟ ਪ੍ਰੋਸੀਜਰ ਹਾਇਰਿੰਗ ਹੋਣੀ ਹੈ ਕੋਰਟ ਦੀ, ਅਦੋਂ ਵੀ ਤੁਹਾਡੇ ਸਾਹਮਣੇ ਅਪਡੇਟ ਪਹੁੰਚਾਵਾਂਗੇ। ਮੈਂ ਫਿਰ ਇੱਕ ਵਾਰ ਤੋਂ ਤੁਹਾਨੂੰ ਜੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਵਿਚਾਰ ਇਕਬਾਣੀ ਚੈਨਲ ਤੇ ਰੱਖੇ ਅਤੇ ਮੈਂ ਜ਼ਰੂਰ ਇੱਕ ਚਾਹਾਂਗਾ ਕਿ ਇਕਬਾਣੀ ਚੈਨਲ ਜਿਹੜੇ ਜੁੜੇ ਹੋਏ ਨੇ ਪਲ ਪਲ ਦੀ ਅਪਡੇਟ ਲਈ ਸਾਨੂੰ ਮੈਸੇजेस ਔਰ ਕਾਲ ਸਵੇਰੇ ਤੋਂ ਹੀ ਆ ਰਹੇ ਹਨ ਕਿ ਸਭ ਤੋਂ ਪਹਿਲਾਂ ਇਕਬਾਣੀ ਚੈਨਲ ਤੱਕ ਹੀ ਰੂਬਰੂ ਕੀਤਾ ਜਾਏ ਕਿਉਂਕਿ ਸ਼ਾਮ ਨੂੰ ਵੀ ਭੈਣ ਜੀ ਹੋਰਾਂ ਨੇ ਤੁਹਾਡੇ ਤੱਕ ਲਾਈਵ ਅਪਡੇਟ ਪਹੁੰਚਾਏ ਸਨ। ਉਮੀਦ ਕਰਾਂਗੇ ਕਿ ਸਭ ਤੋਂ ਪਹਿਲੇ ਵੀਡੀਓਜ਼ ਤੁਹਾਡੇ ਤੱਕ ਪਹੁੰਚਾਈਏ। ਇੰਨਾ ਹੀ ਅਲਫਾਜ਼ਾਂ ਦੇ ਨਾਲ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।